ਹੁਣ ਕੇਂਦਰ ਸਰਕਾਰ ਦਾ ਸੱਦਾ ਆਇਆ ਇਸ ਤੇ ਉੱਪਰ ਜਦੋਂ ਕਾਲ ਲਿੱਤੀ ਜਾਏਗੀ ਉਹ ਬਹੁਤ ਇੰਪੋਰਟੈਂਟ ਹੋਏਗੀ। ਦੇਖੋ 7 ਵਾਰ ਤਾਂ ਟਾਕਸ ਫੇਲ ਹੋ ਗਈਆਂ ਬਿਲਕੁਲ, ਤੇ ਹੁਣ 7 ਵਾਰ ਤੋਂ ਬਾਅਦ ਵੀ ਜੇ ਤੁਸੀਂ ਗੱਲਬਾਤ ਕਰਨ ਜਾਂਦੇ ਹੋ ਤੇ ਕਿਉਂਕਿ ਉਹ ਵੀ ਬੇਸਿੱਟਾ ਜੇ ਰਹਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਬਾਰ-ਬਾਰ ਫੇਰ ਗੱਲ ਕਰਨ ਦੇ ਲਈ ਜਾਓ। ਇਹ ਜਿਹੜਾ ਹੈ ਨੌਜਵਾਨਾਂ ਦਾ ਕਹਿਣਾ ਹੈ ਤੁਸੀਂ ਕਿੰਨੀ ਵਾਰ ਗੱਲ ਕਰੋਗੇ ਉਸੇ ਪੁਆਇੰਟ ਤੇ ਗੱਲ ਕਰੋਗੇ ਬਾਰ-ਬਾਰ, ਕਿਉਂਕਿ ਜਿਹੜਾ ਹੁਣ ਸੱਦਾ ਆਇਆ ਹੈ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਸੱਦਾ ਨਹੀਂ ਹੈ, ਇੱਕ ਪ੍ਰਕਾਰ ਦੀ ਇਹ ਚਿੱਠੀ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਇਸ ਤਰੀਕੇ ਨਾਲ ਲਿਖਿਆ, ਗੋਲਮੋਲ ਤਰੀਕੇ ਨਾਲ 5 ਪੇਜਾਂ ਦੀ ਚਿੱਠੀ ਹੈ ਜਿਸ 'ਚ ਇਹ ਲਿਖਿਆ ਕਿ ਕਾਨੂੰਨ ਜਿਹੜੇ ਨੇ ਉਹ ਤਾਂ ਰੱਦ ਹੋਣ ਤੋਂ ਰਹੇ ਤੇ ਜੇ ਸੋਧਾਂ ਦੇ ਮੁਤਾਬਕ ਉਸ ਏਜੰਡੇ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਯੂ ਆਰ ਆਲਵੇਜ਼ ਵੈਲਕਮ ਟੂ ਕਮ ਐਂਡ ਸਿਟ। ਹੁਣ ਤੁਸੀਂ ਸੋਚੋ ਫਿਰ ਉਹ ਚਿੱਠੀ ਦਾ ਭਾਵ ਕੀ ਹੋਇਆ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲ ਕਰਨ ਨੂੰ ਤਿਆਰ ਹੈ ਤੇ ਗੱਲ ਕਰਨ ਨੂੰ ਤਿਆਰ ਹੈ, ਤੁਸੀਂ ਇੱਕ ਪਾਸੇ ਇਹ ਲਿਖ ਰਹੇ ਹੋ ਕਿ ਕਾਨੂੰਨ ਤਾਂ ਰੱਦ ਨਹੀਂ ਹੋਣਗੇ, ਸੋਧਾਂ ਦੇ ਮੁਤਾਬਕ ਜੇ ਤੁਹਾਡਾ ਕੋਈ ਏਜੰਡਾ ਹੈਗਾ ਤੇ ਦੈਨ ਕਮ ਐਂਡ ਲੈਟਸ ਡਿਸਕਸ। ਤੇ ਇੱਥੋਂ ਤੁਸੀਂ ਹੁਣ ਕੀ ਚੀਜ਼ ਨਿਕਾਲੋਗੇ? ਬਿਲਕੁਲ, ਉਹ ਤਾਂ ਉਹੀ ਪਹਿਲਾਂ 7 ਵਾਰ ਜਿਹੜੀ ਗੱਲਬਾਤ ਹੋਈ ਆ ਤੇ ਤੁਸੀਂ ਦੁਬਾਰਾ ਫਿਰ ਉਸ ਚੀਜ਼ ਦੇ ਸੱਦਾ ਅਗੇਨ ਦੇ ਰਹੇ ਹੋ, ਕਿਉਂਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਇੱਕ ਗੱਲ ਕਹਿਤੀ ਆ ਤੁਹਾਨੂੰ ਕਲੀਅਰਲੀ ਕਿ ਯੈਸ ਔਰ ਨੋ, ਠੀਕ ਹੈ, ਜੇ ਤਾਂ ਜਾਂ ਤਾਂ ਤੁਸੀਂ ਇਹ ਕਾਨੂੰਨ ਨੇ ਰੱਦ ਕਰ ਦਿਓ ਜਾਂ ਤੁਸੀਂ ਜਿਹੜਾ ਹੈਗਾ ਜੀ ਨੋ ਕਰ ਦਿਓ, ਤਾਂ ਨੋ ਕਰਨ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਉਹ ਕਿਤੇ ਨਾ ਕਿਤੇ ਜਾ ਕੇ ਲਿਆ ਜਾਊਗਾ। ਸੋ ਉਸ ਦੇ ਉੱਤੇ ਤਾਂ ਗਵਰਨਮੈਂਟ ਮੈਨੂੰ ਲੱਗਦਾ ਹਜੇ ਵੀ ਕਿਤੇ ਨਹੀਂ ਆ ਰਹੀ। ਇੰਨਾ ਸਮਾਂ ਲੰਘਣ ਦੇ ਬਾਵਜੂਦ ਵੀ ਅਗੇਨ ਉਹੀ ਗੱਲਾਂ ਬਾਤਾਂ ਹਜੇ ਵੀ ਹੋ ਰਹੀਆਂ ਨੇ, ਸੋਧਾਂ। ਔਰ ਜਦੋਂ ਤੁਸੀਂ ਇੱਕ ਚੀਜ਼ ਨੂੰ ਮੰਨ ਗਏ ਹੋ ਕਿ ਇਹਦੇ ਵਿੱਚ ਦੇਖੋ ਇਹ ਤਾਂ ਇੱਕ ਗੱਲ ਕਲੀਅਰ ਆ ਗੌਰਵ ਜੀ ਕਿ ਜਦੋਂ ਉਹਨਾਂ ਨੇ ਕਹਿਤਾ ਕਿ ਸੋਧਾਂ ਕਰਨ ਨੂੰ ਅਸੀਂ ਰੈਡੀ ਆ ਤੇ ਇਹਦਾ ਮਤਲਬ ਜਿਹੜੇ ਬਿੱਲ ਨੇ ਜਾਂ ਜਿਹੜੇ ਕਾਨੂੰਨ ਬਣਾਏ ਨੇ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਹੈਗੇ। ਸੋ ਅਗਰ ਤੁਸੀਂ ਸੋਧ ਇੱਥੇ ਇੱਕ ਪੁਆਇੰਟ ਹੈ ਕਮਲ ਜੀ, ਆਈ ਜਸਟ ਵਾਂਟ ਟੂ ਐਡ ਇਨ ਜੀ, ਇੱਕ ਪਾਸੇ ਜਦੋਂ ਹੁਣ ਆਪਾਂ ਇਹਲਾ ਪੁਆਇੰਟ ਚੁੱਕ ਰਹੇ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਅਗਰ ਇਹ ਤੁਸੀਂ ਸੌਦਾ ਕਰਨ ਨੂੰ ਤਿਆਰ ਹੋ ਤਾਂ ਇਟ ਮੀਨਸ ਦੇ ਆਰ ਫਾਲਟੀ ਸਮਵੇਅਰ, ਕਿਤੇ ਨਾ ਕਿਤੇ ਇਹਨਾਂ 'ਚ ਕੋਈ ਦੋਸ਼ ਹੈਗਾ ਇਸ ਦੇ ਵਿੱਚ ਤੁਹਾਨੂੰ ਤੁਸੀਂ ਤਰਮੀਮ ਕਰਨ ਲਈ ਤਿਆਰ ਹੋ, ਇਟ ਮੀਨਸ ਇਹਦੇ 'ਚ ਗਲਤੀਆਂ ਤਾਂ ਸੀਗੀਆਂ ਜਿਹਨਾਂ ਤੁਸੀਂ ਠੀਕ ਕਰਨ ਲਈ ਤਿਆਰ ਹੋਏ ਹੋ, ਰੈਕਟੀਫਾਈ ਕਰਨ ਲਈ ਤਿਆਰ ਹੋਏ ਹੋ। ਪਰ ਦੂਜੇ ਪਾਸੇ ਹੁਣੇ ਥੋੜੀ ਦੇਰ ਪਹਿਲਾਂ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਹਨਾਂ ਦੇ ਕੋਲੋਂ ਨੋਇਡਾ ਜਿਹੜਾ ਗੌਤਮ ਬੁੱਧ ਨਗਰ ਹੈ ਯੂਪੀ ਦਾ, ਉੱਥੇ ਦੀ ਇੱਕ ਕਿਸਾਨ ਸੰਘਰਸ਼ ਸਮਿਤੀ ਪਹੁੰਚਦੀ ਹੈ, ਇੱਕ ਦਿੱਲੀ ਦੀ ਕੋਈ ਜਿਹੜੀ ਹੈ ਕਿਸਾਨ ਸਮਿਤੀ ਪਹੁੰਚਦੀ ਹੈ, ਉਹ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਨੇ ਤੇ ਕਹਿੰਦੇ ਸਾਨੂੰ ਮੈਮੋਰੈਂਡਮ ਦੇ ਕੇ ਜਾ ਰਹੀਆਂ ਇਹ ਜਥੇਬੰਦੀਆਂ ਕਿ ਤੁਹਾਡੇ ਕਾਨੂੰਨ ਬਿਲਕੁਲ ਠੀਕ ਹੈ, ਅਸੀਂ ਇਸ ਦੀ ਹਮਾਇਤ ਕਰਦੇ ਹਾਂ ਤੇ ਤੁਸੀਂ ਇਹਨਾਂ ਨੂੰ ਜਿਹੜਾ ਲਾਗੂ ਰੱਖੋ, ਬਾਕੀਆਂ ਦੀ ਗੱਲ ਨਾ ਸੁਣੋ। ਕਹਿਣ ਤੋਂ ਭਾਵ ਮਤਲਬ ਕਿ ਹੁਣ ਫਿਰ ਗੱਲਬਾਤ ਕੀ ਹੋਈ? ਇਸ ਤੋਂ ਮਤਲਬ ਤਾਂ ਇਹੀ ਨਿਕਲਿਆ ਨਾ ਕਿ ਤੁਸੀਂ ਇੱਕ ਪਾਸੇ ਦੂਸਰਾ ਏਜੰਡਾ ਚਲਾ ਰਹੇ ਹੋ। ਕਿਸਾਨ ਜਥੇਬੰਦੀਆਂ ਜਦੋਂ ਗੱਲ ਕਰਨਗੀਆਂ ਇਹ ਉਦੋਂ ਇਹ ਕਿਹਾ ਜਾਏਗਾ ਦੇਖੋ ਇੰਨੀ ਸਾਰੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਤਾਂ ਇਸ ਦੇ ਹੱਕ 'ਚ ਬੋਲਦੀਆਂ ਨੇ, ਤੁਸੀਂ ਸਿਰਫ ਅਗੇਂਸਟ ਬੋਲਦੇ ਹੋ। ਤਾਂ ਇਹ ਤਾਂ ਮੁਲਕ ਦੇ ਘੱਟੋ ਘੱਟ 98% ਕਿਸਾਨ ਨੇ ਜਿਹੜੇ ਹੱਕ 'ਚ ਹੈ ਤੇ ਤੁਸੀਂ 2% ਕਿਸਾਨ ਵੀ ਨਹੀਂ ਹੋ ਟੋਟਲ। ਬਿਲਕੁਲ, ਲੈ ਕੇ ਉਹਨਾਂ ਨੇ ਗੱਲ ਉੱਥੇ ਹੀ ਆਉਣੀ ਆ। ਪਰ ਨਾਲ ਦੀ ਨਾਲ ਗੌਰਵ ਜੀ ਮੇਰੇ ਗੱਲ ਦਿਮਾਗ ਦੇ ਵਿੱਚ ਇੱਕ ਹੋਰ ਆ ਰਹੀ ਆ ਕਿ ਦੇਖੋ ਜਿਹੜੇ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਹੋ ਗਈਆਂ, ਉਹਨਾਂ ਦੇ ਨਾਲ ਹਰਿਆਣੇ ਦੀਆਂ ਜਥੇਬੰਦੀਆਂ ਵੀ ਲੱਗ ਗਈਆਂ, ਕੁਝ ਰਾਜਸਥਾਨ ਦੇ ਲੋਕ ਵੀ ਆ ਗਏ, 1-2 ਸਟੇਟਾਂ ਦੇ ਹੋਰ ਵੀ ਆ ਗਏ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਕੋਈ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਕਿਸੇ ਵੀ ਸਟੇਟ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਬਣੀਆਂ ਹੋਈਆਂ ਨੇ, ਸੋ ਉਹਨਾਂ ਦੇ ਕੰਟੈਕਟ ਨੰਬਰਸ ਵੀ ਹੋਣਗੇ, ਉਹਨਾਂ ਦੀਆਂ ਈਮੇਲਸ ਵੀ ਹੋਣਗੀਆਂ, ਉਹਨਾਂ ਦੇ ਪ੍ਰਧਾਨਾਂ ਦਾ ਵੀ ਪਤਾ ਹੋਊਗਾ ਕਿ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਸੀਗੀਆਂ ਇਹਨਾਂ ਨੇ ਬਾਕੀ ਜਿਹੜੇ ਭਾਰਤ ਦੇ ਜਥੇਬੰਦੀਆਂ ਨੇ ਉਹਨਾਂ ਨੂੰ ਕਿਸੇ ਕਿਸਮ ਤਰੀਕੇ ਦੇ ਨਾਲ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਨਹੀਂ ਕੀਤੀ ਹੈ। ਬਿਲਕੁਲ, ਕਿਉਂਕਿ ਗਵਰਨਮੈਂਟ ਅਪਰੋਚ ਕਰ ਰਹੀ ਆ ਪਰ ਇਹਨਾਂ ਨੂੰ ਵੀ ਅਪਰੋਚ ਕਰਨਾ ਚਾਹੀਦਾ ਸੀ ਜੀ। ਹਾਂ ਨਹੀਂ ਕਮਲ ਜੀ, ਹੁਣ ਹੈ ਕੀ ਦੇਖੋ ਇੱਥੇ ਪਲੇ ਕੀ ਹੋ ਰਿਹਾ, ਕਿਹੜੀ ਚੀਜ਼ ਜਿਹੜੀ ਹੈ ਇੱਥੇ ਹੋ ਰਹੀ ਹੈ। ਬੇਸਿਕਲੀ ਕਿਸਾਨ ਜਥੇਬੰਦੀਆਂ ਨੇ ਪੂਰੇ ਮੁਲਕ ਦੀਆਂ ਜਿੰਨੀ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਅਪਰੋਚ ਕੀਤਾ। ਤਕਰੀਬਨ 450 ਅਜਿਹੀਆਂ ਜਥੇਬੰਦੀਆਂ, ਆਪਾਂ ਜਥੇਬੰਦੀ ਕਮਲ ਜੀ ਉਹਨਾਂ ਨੂੰ ਮੰਨਾਂਗੇ ਜਿਨ੍ਹਾਂ ਦੇ ਪਿੱਛੇ ਲੱਖਾਂ ਲੋਕ ਹੈਗੇ, ਉਹ ਹੈ ਜਥੇਬੰਦੀ। ਤੇ ਹੁਣ ਜਥੇਬੰਦੀ ਜਿੰਦੇ ਕੋਲ ਹੈਗੇ 500 ਮਸਾ ਬੰਦੇ ਹੈਗੇ ਆ ਤੇ ਉਹ ਜਥੇਬੰਦੀ ਵੀ ਸਪੋਜ਼ ਕਿਤੇ ਨਾ ਕਿਤੇ ਕਿਸੇ ਪੋਲੀਟੀਕਲ ਪਾਰਟੀ, ਸਿਆਸੀ ਪਾਰਟੀ ਦੇ ਨਾਲ ਜੋੜ ਰੱਖਦੀ ਹੈ, ਮੇਲ ਰੱਖਦੀ ਹੈ, ਉਸ ਦੀ ਹਮਾਇਤ ਕਰਦੀ ਹੈ, ਪੋਲੀਟੀਕਲੀ ਅਲਾਈਨਡ ਹੈ, ਉਸ ਨੂੰ ਆਪਾਂ ਕੰਸੀਡਰ ਹੀ ਨਹੀਂ ਕਰ ਪਾਵਾਂਗੇ ਕਿਉਂਕਿ ਉਹ ਤਾਂ ਨਿਰਪੱਖ ਹੋਈ ਹੀ ਨਹੀਂ ਜਥੇਬੰਦੀ। ਹੁਣ ਇਹੀ ਚੀਜ਼ ਇੱਥੇ ਹੋ ਰਹੀ ਹੈ ਕਿਤੇ ਨਾ ਕਿਤੇ, ਜਿਹੜੇ ਹਮਾਇਤ ਦੇ ਵਿੱਚ ਹੈਗੇ ਨੇ ਉਹ ਜਥੇਬੰਦੀਆਂ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ, ਬਣਾਇਆ ਜਾ ਰਿਹਾ, ਵਟਐਵਰ ਯੂ ਕਾਲ ਇਟ, ਤੇ ਉਹ ਜਦੋਂ ਆ ਕੇ ਮੁਲਾਕਾਤ ਕਰਦੇ ਨੇ ਤੇ ਵੱਡੇ ਪੈਮਾਨੇ ਤੇ ਦਿਸ ਇਜ਼ ਸ਼ੋਨ ਕਿ ਇਹ ਦੇਖੋ ਜੀ ਸਾਡੇ ਕੋਲ ਆਏ ਸੀਗੇ, ਇਹ ਤਾਂ ਹਮਾਇਤ ਦੇ ਵਿੱਚ ਹੈਗੇ ਆ, ਆਹ ਦੇਖੋ ਐਵੇਂ ਰੌਲਾ ਪਾਈ ਜਾਂਦੇ ਜਿਹੜੇ ਸਾਡੇ ਬੂਹੇ ਤੇ ਬੈਠੇ ਆ।
ਬਿਲਕੁਲ ਇਹ ਜੋੜ ਤੋੜਨ ਵਾਲੀ ਜਿਹੜੀ ਨੀਤੀ ਆ ਉਹ ਆਲਰੇਡੀ ਸ਼ੁਰੂ ਹੀ ਹੈ, ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਐਂਡ ਦੇ ਵਿੱਚ ਦਿਖਾਉਣ ਦੀ ਜਿਹੜੀ ਕੋਸ਼ਿਸ਼ ਇਹੀ ਕਰਨੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 98% ਜਿਹੜੇ ਕਿਸਾਨ ਨੇ ਉਹ ਤਾਂ ਕਹਿੰਦੇ ਨੇ ਕਿ ਬਿੱਲ ਸਹੀ ਨੇ, ਤੇ 2% ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬਿੱਲ ਸਹੀ ਨਹੀਂ, ਸੋ ਇਸ ਕਰਕੇ ਅਸੀਂ ਜਿਹੜੇ ਇਹ ਬਿੱਲ ਨੇ ਇਹਨਾਂ ਨੂੰ ਰੱਦ ਨਹੀਂ ਕਰ ਸਕਦੇ। ਐਟ ਦੀ ਐਂਡ ਜਿਹੜੀ ਹੋਣੀ ਆ ਜੀ ਇਹੀ ਆਉਣੀ ਹੈ, ਕਿਉਂਕਿ ਜੇ ਇਹਨਾਂ ਨੂੰ ਰੱਦ ਕਰਨਾ ਹੁੰਦਾ ਜਾਂ ਜਿਹੜੀ ਆ ਰੱਦ ਕਰਨ ਦਾ ਕੋਈ ਫੈਸਲਾ ਲਿਆ ਹੁਣ ਤੱਕ ਤਾਂ ਲਿਆ ਹੋਣਾ ਚਾਹੀਦਾ ਸੀਗਾ, ਕਿਉਂਕਿ ਜਿਹੜੀਆਂ ਇੰਨੀਆਂ ਮੌਤਾਂ ਹੋ ਗਈਆਂ, ਇੰਨੇ ਦਿਨਾਂ ਤੋਂ ਦਿੱਲੀ ਦੇ ਵਿੱਚ ਵੀ ਬੈਠੇ ਨੇ ਪੰਜਾਬ ਤੋਂ ਬਾਹਰ ਜਾ ਕੇ, ਸੋ ਇੰਨਾ ਟਾਈਮ ਤਾਂ ਲੱਗਣ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਗਵਰਨਮੈਂਟ ਨੂੰ ਇਹਨਾਂ ਸੋਚਣ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ ਅਗਰ ਇਹਨਾਂ ਨੇ ਰੱਦ ਕਰਨੇ ਹੁੰਦੇ। ਸੋ ਮੈਨੂੰ ਲੱਗਦਾ ਕਿ ਹਜੇ ਵੀ ਜਿਹੜੀ ਸਥਿਤੀ ਆ ਜਿਉਂ ਦੀ ਤਿਉਂ ਹੀ ਬਣੀ ਹੋਈ ਆ,